नारायणगढ़ एरिया जिहड़ा बहुत ही कंजस्टिड एरिया सीगा ਉਹਦੇ ਵਿੱਚ ਆਪਣੀ ਗੱਡੀ ਨੂੰ ਲਾ ਲਿਆ। ਇਸ ਗੱਡੀ ਦੇ ਵਿੱਚ ਕੁਝ 5-6 ਜਿਹੜੇ ਕ੍ਰਿਮੀਨਲ ਸੀਗੇ ਗੈਂਗਸਟਰ ਟਾਈਪ ਦੇ ਵਿੱਚ ਸਵਾਰ ਸੀਗੇ। ਪੈਦਲ ਜਿਹੜੇ ਹੈ ਉਹ ਦੌੜਨਾ ਸ਼ੁਰੂ ਕਰ ਦਿੱਤਾ। ਸਾਡੇ ਜਿਹੜੇ ਮੁਲਾਜ਼ਮ ਵੀ ਉਹਨਾਂ ਦਾ ਪਿੱਛਾ ਕੀਤਾ ਔਰ ਇਸ ਦੇ ਵਿੱਚ ਉਹਨਾਂ ਨੇ ਦੌੜਦੇ ਦੌੜਦੇ ਸਾਡੇ ਮੁਲਾਜ਼ਮਾਂ ਦੇ ਉੱਤੇ ਵੀ ਫਾਇਰਿੰਗ ਕੀਤੀ, ਜਿਸ ਨੇ ਉਹਨਾਂ ਨੂੰ ਉੱਥੋਂ ਟਰਾਂਸਪੋਰਟ ਕੀਤਾ। ਉਸ ਪੁਆਇੰਟ ਤੋਂ ਲੈ ਕੇ ਫਿਰ ਅੱਗੇ ਠਾਰ ਦਿੱਤੀ ਹੈ। ਅਸੀਂ ਉਹ ਵੀ ਆਇਡੈਂਟੀਫਾਈ ਕਰ ਲਿਆ ਔਰ ਉਹਨੂੰ ਵੀ ਨੋਮੀਨੇਟ ਕਰ ਲਿਆ। ਇਹਨਾਂ ਦੇ ਖਿਲਾਫ 15-16 ਮੁਕੱਦਮੇ ਹੋਰ ਵੀ ਨੇ। ਉਹਨਾਂ ਵਿੱਚ ਵਾਇਲੈਂਟ ਕ੍ਰਾਈਮ ਨੰਬਰ 1, ਨੰਬਰ 2 ਦੇ ਜਿਵੇਂ ਖੋਹ ਖਾਦ ਰਿਐਲਟੋ ਤੁਹਾਡੇ ਇੱਥੇ ਕੁਛ ਮਹੀਨੇ ਪਹਿਲਾਂ ਜਾਂ ਤੁਹਾਡੇ ਕੋਈ ਜਿਊਲਰਸ ਦੇ ਕੋਲੋਂ ਇਹਨਾਂ ਨੇ ਗਨ ਪੁਆਇੰਟ ਦੇ ਉੱਤੇ ਉਹਨੂੰ ਲੁੱਟਿਆ ਸੀਗਾ। ਅੰਮ੍ਰਿਤਸਰ ਦੇ ਛੇਟਾ ਇਲਾਕੇ ਦੇ ਪੁਲਿਸ ਉੱਪਰ ਫਾਇਰਿੰਗ ਕਰਕੇ ਭੱਜਣ ਵਾਲੇ ਗੈਂਗਸਟਰਾਂ ਨੂੰ ਬੀਤੀ ਰਾਤ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਿਰਨ ਸਿੰਘ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਛੇਟਾ ਇਲਾਕੇ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਵੇਖਣ ਨੂੰ ਮਿਲੀ ਸੀ, ਜਿਸ ਵਿੱਚ ਪੁਲਿਸ ਨੇ ਬਲਦੇਵ ਸਿੰਘ ਉਰਫ ਰਵੀ ਅਤੇ ਰੋਬਿਨ ਸਿੰਘ ਉਰਫ ਰੋਬਿਨ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਬੀਤੀ ਰਾਤ ਪੁਲਿਸ ਨੇ ਅਜਨਾਲਾ ਅਧੀਨ ਪੈਂਦੇ ਸਰਾਏ ਵਿਖੇ ਛਾਪੇਮਾਰੀ ਕਰ 3 ਗੈਂਗਸਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਗਜਿੰਦਰ ਸਿੰਘ ਬਿੱਲਾ, ਹਰਦੇਵ ਸਿੰਘ ਗੋਪੀ ਅਤੇ ਬਰਿੰਦਰ ਸਿੰਘ ਮਿੱਠੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ 5 ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਹਨ ਅਤੇ ਪੁਲਿਸ ਨੇ ਨਾਰਾਇਣਗੜ੍ਹ ਇਲਾਕੇ ਦੇ ਵਿੱਚ ਸਰਚ ਕਰਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹਨਾਂ ਗੈਂਗਸਟਰਾਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਫਾਇਰਿੰਗ ਵਿੱਚ 3 ਗੈਂਗਸਟਰ ਭੱਜ ਗਏ ਸਨ। ਇਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਬੀਤੀ ਰਾਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਕੋਲੋਂ 1 ਦਸੰਬਰ ਨੂੰ ਮੌਕੇ ਤੋਂ 5 ਪਿਸਤੌਲ, 13 ਜਿੰਦਾ ਰੌਂਦ ਤੇ 5 ਖੋਲ ਬਰਾਮਦ ਕੀਤੇ ਸਨ ਅਤੇ ਇੱਕ ਇਨੋਵਾ ਕਾਰ ਤੇ ਹੀਰੋਇਨ ਬਰਾਮਦ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਨੇ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹਨਾਂ ਤੇ ਮਾਮਲਾ ਦਰਜ ਕਰ ਲਿਆ, ਇਹਨਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਹੀ ਇੱਕ ਐਕਟਿਵ ਸਾਡਾ ਮੁੱਠਭੇੜ ਹੋਈ ਹੈ, ਜਿਹਦੇ ਵਿੱਚ ਪੰਜਾਬ ਪੁਲਿਸ, ਸਾਡੇ ਕਮਿਸ਼ਨਰੇਟ ਪੁਲਿਸ ਨੂੰ ਬਹੁਤ ਸਕਸੈਸਫੁਲ ਆਪਰੇਸ਼ਨ ਰਿਹਾ। ਇਨਫੈਕਟ 30 ਤਰੀਕ ਨੂੰ ਸਾਨੂੰ ਇਹ ਇਨਫੋਰਮੇਸ਼ਨ ਸੀ ਕਿ ਕੁਝ ਜਿਹੜੇ ਕ੍ਰਿਮੀਨਲ ਟਾਈਪ ਦੇ ਲੋਕ ਨੇ ਉਹ ਇੱਥੇ ਏਰੀਏ ਦੇ ਵਿੱਚ ਦੇਖੇ ਗਏ ਨੇ ਔਰ ਉਸ ਦੇ ਮੱਦੇ ਨਜ਼ਰ ਸਾਡੇ ਜਿਹੜੇ DCP ਡੀ ਨੇ ਮਿਸਟਰ ਮੁਖਵਿੰਦਰ ਆਪਣੇ ਭੁੱਲਰ ਸਾਹਿਬ ਔਰ ADCP 2 ਔਰ ਬਾਕੀ ਸਾਰੇ ਆਫਿਸਰਸ ਨੇ ਇਹਨੂੰ ਇੱਕ ਅਲਰਟ ਰੱਖਿਆ ਸੀਗਾ ਔਰ ਇਲਾਕੇ ਦੇ ਖਾਸ ਕਰਕੇ ਛੇਹਾਟਾ ਦੇ ਜਿਹੜੇ SHO ਇੱਥੋਂ ਦੇ ਨੇ, ਸੋ ਉਹਦੀ ਐਕਟੀਵਿਟੀ ਅਸੀਂ ਕਾਫੀ ਆਪਣਾ ਉਹਨੂੰ ਸਤਰਕਤਾ ਵਰਤਦੇ ਹੋਏ ਫਸਟ ਨੂੰ ਤਕਰੀਬਨ ਅਰਾਊਂਡ ਮਿਡ ਨੂਨ ਦੇ ਵਿੱਚ ਉੱਥੇ ਕੋਈ ਜਿਹੜੀ ਇਨੋਵਾ ਗੱਡੀ ਜਿਹੜੀ ਉਹ ਇਮੀਡੀਏਟਲੀ ਉਹਨੂੰ ਇੰਟਰਸੈਪਟ ਕੀਤਾ, ਲੇਕਿਨ ਉਹਨਾਂ ਨੇ ਉਹ ਇੰਟਰਸੈਪਟ ਕਰਨ ਦੇ ਬਾਵਜੂਦ ਵੀ ਜਿਹੜੀ ਹੈ ਇੱਕ ਨਾਰਾਇਣਗੜ੍ਹ ਏਰੀਆ ਜਿਹੜਾ ਬਹੁਤ ਹੀ ਕੰਜਸਟਿਡ ਏਰੀਆ ਸੀਗਾ ਉਹਦੇ ਵਿੱਚ ਆਪਣੀ ਗੱਡੀ ਨੂੰ ਲਾ ਲਿਆ ਔਰ ਇਸ ਗੱਡੀ ਦੇ ਵਿੱਚ ਕੁਝ 5-6 ਜਿਹੜੇ ਕ੍ਰਿਮੀਨਲ ਸੀਗੇ ਗੈਂਗਸਟਰ ਟਾਈਪ ਦੇ ਵਿੱਚ ਸਵਾਰ ਸੀਗੇ ਐਂਡ ਬਹੁਤ ਹੀ ਸੂਝ-ਬੂਝ ਦੇ ਨਾਲ ਆਫਿਸਰਸ ਨੇ ਉਹਨੂੰ ਘੇਰਾਬੰਦੀ ਕੀਤੀ। ਦੋਵੇਂ ਪਾਸਿਓਂ ਹੀ ਘੇਰਾ ਪਾਇਆ ਗਿਆ, ਪਿੱਛੋਂ ਵੀ ਅੱਗੋਂ ਵੀ, ਔਰ ਜਿਹੜੇ ਸਾਡੇ SHO ਔਰ ਜਿਹੜੇ ਚੌਕੀ ਇੰਚਾਰਜ ਇੱਥੋਂ ਦੇ ਸੀਗੇ ਉਹਨਾਂ ਨੇ ਦੂਸਰੇ ਸਾਈਡ ਤੋਂ ਵੀ ਉਹਨਾਂ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ। ਨਤੀਜਾ ਵਜੋਂ ਉਹਨਾਂ ਨੂੰ ਜਿਹੜਾ ਉਸ ਭੀੜੇ ਇਲਾਕੇ ਦੇ ਵਿੱਚ ਜਦੋਂ ਅੱਗੋਂ ਗੱਡੀ ਲਾ ਲਈ ਤੇ ਉਹਨਾਂ ਨੇ ਆਪਣੀ ਗੱਡੀ ਕ੍ਰਿਮੀਨਲਸ ਨੇ ਅਬੈਂਡਨ ਕਰਕੇ ਤੇ ਉੱਥੋਂ ਪੈਦਲ ਜਿਹੜੇ ਆ ਉਹ ਦੌੜਨਾ ਸ਼ੁਰੂ ਕਰ ਦਿੱਤਾ। ਸਾਡੇ ਜਿਹੜੇ ਮੁਲਾਜ਼ਮ ਵੀ ਉਹਨਾਂ ਦਾ ਪਿੱਛਾ ਕੀਤਾ ਔਰ ਇਸ ਦੇ ਵਿੱਚ ਉਹਨਾਂ ਨੇ ਦੌੜਦੇ ਦੌੜਦੇ ਸਾਡੇ ਮੁਲਾਜ਼ਮਾਂ ਦੇ ਉੱਤੇ ਵੀ ਫਾਇਰਿੰਗ ਕੀਤੀ। ਜਿਵੇਂ ਹੁਣ ਤੱਕ ਜਿਹੜੇ 14-15 ਜਿਹੜੇ ਖੋਲ ਉਹਨਾਂ ਦੇ ਮੌਕੇ ਦੇ ਉੱਤੋਂ ਜਿਹੜੇ ਮਿਲੇ ਹੈ, ਜਿਹੜੇ ਕਿ ਆ ਤੁਹਾਡੇ ਸਾਹਮਣੇ ਵੈਪਨ ਹੈ, ਇਹਨਾਂ ਵੈਪਨਸ 'ਚੋਂ ਫਾਇਰ ਹੋਏ ਨੇ। ਸੋ ਸਾਡੇ ਜਿਹੜੇ ਮੁਲਾਜ਼ਮ ਸੀਗੇ ਉਹਦਾ ਪਿੱਛਾ ਕੀਤਾ ਔਰ ਪਿੱਛਾ ਕਰਾਉਂਦਿਆਂ ਆਪਣਾ ਜਿਹੜਾ ਡੱਕ ਕਰਦਿਆਂ ਹੋਇਆ, ਆਪਣਾ ਬਚਾਅ ਕਰਦਿਆਂ ਹੋਇਆ ਕੋਈ 4-5 ਕਿਲੋਮੀਟਰ ਦੀ ਉਹਦੇ ਬੈਕ ਜਿਹੜਾ ਪਿੱਛਾ ਕਰਕੇ ਉਹਨਾਂ ਨੂੰ ਇੱਕ ਜਿਹੜਾ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜਵਾਬੀ ਫਾਇਰ ਵੀ ਦਿੱਤਾ। ਉਸ ਸਾਡੇ ਪੁਲਿਸ ਵੱਲੋਂ ਜਿਹੜਾ ਜਵਾਬੀ ਫਾਇਰ ਸੀਗਾ ਬਹੁਤ ਹੀ ਢੰਗ ਤਰੀਕੇ ਨਾਲ ਕੀਤਾ ਗਿਆ ਕਿ ਕਿਸੇ ਸਿਵਿਲੀਅਨ ਦੇ ਉਹਦਾ ਜਿਹੜਾ ਨਾ ਵਜੇ, ਕਿਉਂਕਿ ਬਹੁਤ ਹੀ ਭੀੜਾ ਇਲਾਕਾ ਹੈ। ਤੁਸੀਂ ਸਾਰਿਆਂ ਨੇ ਉਹ CCTV ਕੈਮਰਾਜ਼ ਦੇ ਵਿੱਚ ਦੇਖਿਆ ਹੈਗਾ ਔਰ ਐਂਡ ਆਫ ਦਾ ਜਦੋਂ ਇਹ ਫਾਇਰਿੰਗ ਵਗੈਰਾ ਔਰ ਉਹ ਜਿਹੜੇ ਥੱਕ ਹਾਰ ਕੇ ਜਦੋਂ ਅਸੀਂ 2 ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਦਬੋਚ ਲਿਆ
ਔਰ ਜਿਹੜੇ 3 ਕ੍ਰਿਮੀਨਲ ਸੀਗੇ ਉੱਥੋਂ ਉਹਨਾਂ ਨੇ ਕੋਠੇ ਵਗੈਰਾ ਜੰਪ ਕਰਕੇ ਉੱਥੋਂ ਨਿਕਲ ਗਏ। ਬਟ ਇਸ 2 ਤੋਂ ਬਾਅਦ ਅਸੀਂ ਇਮੀਡੀਏਟਲੀ ਆਪਣੀ ਜਿਹੜੀ ਹੈ ਟੀਮਾਂ ਵੀ ਬਣਾਈਆਂ, ਉਹਨਾਂ ਦੀਆਂ ਪੁੱਛਗਿੱਛ ਵੀ ਕੀਤੀਆਂ। ਸਾਡੇ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ 2 ਪਹਿਲੂ ਸੀਗੇ ਕਿ ਪਹਿਲਾਂ ਕਿੱਥੇ ਰਹੇ ਔਰ ਉਸ ਤੋਂ ਬਾਅਦ ਇਹ ਜਿਹੜੇ ਭੱਜ ਕੇ ਕਿੱਥੇ ਗਏ ਨੇ। ਮੈਂ ਦੱਸਣਾ ਚਾਹਾਂਗਾ ਕਿ 30 ਦੀ ਰਾਤ ਇਹਨਾਂ ਨੇ ਉੱਥੇ ਕੋਈ ਹੋਟਲ ਜਿਹੜਾ ਸਿਵਲ ਲਾਈਨ ਏਰੀਆ ਸੀਗਾ ਉੱਥੇ ਉਹ ਇਹਨਾਂ ਨੇ ਕਮਰਾ ਬੁੱਕ ਕਰਾਇਆ ਔਰ ਉੱਥੇ ਰਹੇ। ਅਸੀਂ ਇਮੀਡੀਏਟਲੀ ਉੱਥੋਂ ਦੇ ਕੈਮਰੇਜ਼ ਹੋਰ ਕੈਮਰੇਜ਼ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਕੁਛ ਉਹਨਾਂ ਦੀਆਂ ਫੋਟੋਗ੍ਰਾਫਸ ਮਿਲੀਆਂ ਜਿਹੜੇ ਬਾਕੀ ਆਇਡੈਂਟੀਫਾਈ ਹੋਏ। ਪਰ ਜਦੋਂ ਅਸੀਂ ਉਹ ਰਿਕਾਰਡ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਸ ਹੋਟਲ ਨੇ ਉਹਨਾਂ ਦਾ ਕੋਈ ਰਿਕਾਰਡ ਵਗੈਰਾ ਨਹੀਂ ਸੀ ਲਿਆ ਹੋਇਆ, ਜਿਹੜਾ ਕਿ ਸਾਡੀ ਇੱਕ ਮੈਂਡੇਟਰੀ ਜਿਹੜੀ ਆ ਸਾਡੇ ਵੱਲੋਂ ਇੱਕ ਪਿਛਲੇ ਮਹੀਨੇ ਹੀ ਨਵੰਬਰ ਦੇ ਵਿੱਚ ਇੱਕ ਸਰਕੂਲਰ ਵੀ ਹੋਇਆ ਸੀਗਾ ਕਿ ਇਹ ਮੈਂਡੇਟਰੀ ਹੈ ਕਿ ਤੁਸੀਂ ਜਿਹੜਾ ਵੀ ਕੋਈ ਟੂਰਿਸਟ ਜਾਂ ਕੋਈ ਵੀ ਵਿਜ਼ਿਟਰ ਆਉਂਦਾ ਹੈ ਤੇ ਉਹ ਰਾਤ ਰਹਿੰਦਾ ਤੇ ਉਹਦਾ ਤੁਹਾਨੂੰ ਡਾਕੂਮੈਂਟਸ ਰੱਖਣਾ ਮੈਂਡੇਟਰੀ ਹੈ ਐਸ ਪਰ ਲਾਅ। ਸੋ ਉਹ ਉੱਥੇ ਨਾ ਤਾਂ ਰਜਿਸਟਰ ਮੇਨਟੇਨੈਂਸ ਰਜਿਸਟਰ ਮੇਨਟੇਨੈਂਸ ਸੀ, ਉਹਨਾਂ 'ਚ ਐਂਟਰੀਆਂ ਨਹੀਂ ਸੀ, ਨਾ ਕੋਈ ਰਿਕਾਰਡ ਸੀਗਾ। ਔਰ ਇਹ ਵੀ ਸੀਗਾ ਕਿ ਜੇ ਕੋਈ ਸ਼ੱਕੀ ਤਰੀਕੇ ਦਾ ਕੋਈ ਵਿਅਕਤੀ ਦਿਖਦਾ ਤਾਂ ਉਹਨੂੰ ਇਮੀਡੀਏਟਲੀ ਜਿਹੜਾ ਲੋਕਲ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਵੇ। ਸੋ ਇਹਦੇ ਮੱਦੇ ਨਜ਼ਰ ਅਸੀਂ ਉਸ ਜਿਹੜੀ ਕੋਤਾਹੀ ਦੇ ਅਗੇਂਸਟ 188 ਦਾ ਪਰਚਾ ਵੀ ਦਿੱਤਾ ਔਰ ਫਰਦਰ ਇਨਵੈਸਟੀਗੇਸ਼ਨ ਵੀ ਕਰਾਂਗੇ। ਅੱਜ ਮੈਂ ਤੁਹਾਡੇ ਹੋਟਲ ਵਿਕਟੋਰੀਆ ਹੈਗਾ ਉੱਥੇ ਸਿਵਲ ਲਾਈਨ ਦੇ ਵਿੱਚ 19 ਰੂਮ ਦਾ ਹੈਗਾ, ਲੀਜ਼ ਤੇ ਲਿਆ ਹੋਇਆ ਕਿਸੇ ਨੇ। ਸੋ ਮੈਂ ਅੱਜ ਤੁਹਾਡੇ ਇਸ ਮਾਧਿਅਮ ਦੇ ਥਾਈਂ ਇਹ ਵੀ ਐਡਵਾਈਸ ਵੀ ਕਰਨਾ ਚਾਹੁੰਦਾ ਤੇ ਚੇਤਾਵਨੀ ਵੀ ਦੇਣਾ ਚਾਹੁੰਦਾ ਕਿਉਂਕਿ ਸਾਡਾ ਬਹੁਤ ਹੀ ਵਿਜ਼ਿਟਡ ਪਲੇਸ ਹੈਗਾ, ਬਹੁਤ ਦੂਰੋਂ ਲੋਕ ਆਉਂਦੇ ਨੇ, ਉਹਨਾਂ ਨੂੰ ਮਤਲਬ ਪੀਸਫੁਲੀ ਰਹਿ ਵੀ ਰਹੇ ਨੇ, ਲੇਕਿਨ ਉਹਦੀ ਆੜ ਦੇ ਵਿੱਚ ਕੁਝ ਕ੍ਰਿਮੀਨਲ ਵੀ ਆ ਕੇ ਰਹਿ ਰਹੇ ਨੇ ਔਰ ਉਹ ਕਈ ਵਾਰੀ ਇਹਨੂੰ ਮਿਸਯੂਜ਼ ਕਰਦੇ ਨੇ। ਸੋ ਮੇਰੀ ਵਾਰਨਿੰਗ ਤਾਂ ਐਡਵਾਈਸ ਇਹ ਹੈ ਕਿ ਇਹਨੂੰ ਪ੍ਰੋਪਰ ਜੋ ਅਸੀਂ ਦੱਸਿਆ ਹੋਇਆ ਉਹ ਰਜਿਸਟਰ ਮੇਨਟੇਨ ਕਰਨ, ਉਹਨਾਂ ਦੀ ਆਈਡੀ ਪ੍ਰੂਫਸ ਲੈਣ, ਉਹਨਾਂ ਨੂੰ ਉਹਨਾਂ ਦੇ ਜਿਹੜੇ ਬਾਕੀ ਫੋਨ ਨੰਬਰ ਉਹ ਸਾਰੀਆਂ ਚੀਜ਼ਾਂ ਲੈਣ ਔਰ ਉਸ ਰਿਕਾਰਡ ਨੂੰ ਮੇਨਟੇਨ ਵੀ ਰੱਖਣ। ਕਈ ਵਾਰੀ ਕੀ ਹੁੰਦਾ ਕਿ ਕਿਸੇ ਸਟੇਜ ਤੋਂ ਬਾਅਦ ਵੀ ਸਾਨੂੰ ਲੋੜ ਪੈ ਜਾਂਦੀ ਹੈ ਤੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਉਹ ਜਿਹੜਾ ਰਿਕਾਰਡ ਹੈ ਆਪਣਾ ਬਰਕਰਾਰ ਰੱਖਿਆ ਜਾਵੇ, ਨੰਬਰ 1। ਨੰਬਰ 2 ਦੇ ਵਿੱਚ ਜਿਹੜੀ ਉੱਥੇ ਉਹਨਾਂ ਦੀਆਂ ਲੌਬੀਜ਼ ਨੇ ਜਾਂ ਉਹਨਾਂ ਦੇ ਜਿਹੜਾ ਰਿਸੈਪਸ਼ਨ ਹੈ ਜਾਂ ਜਿਹੜਾ ਹੋਰ ਵੀ ਏਰੀਆ ਹੈਗਾ ਕੋਈ ਬਾਹਰ ਦਾ ਏਰੀਆ, ਮੈਂ ਕਮਰਿਆਂ ਦੀ ਨਹੀਂ ਗੱਲ ਕਰਦਾ, ਉੱਥੇ CCTV ਕੈਮਰਾ ਵਰਕਿੰਗ ਪੋਜੀਸ਼ਨ 'ਚ ਹੋਣ ਔਰ ਉਹਦਾ ਜਿਹੜਾ ਰਿਕਾਰਡ ਹੈ ਉਹ ਵੀ ਮੇਨਟੇਨ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਸਟੇਜ ਦੇ ਵਿੱਚ ਸਾਨੂੰ ਉਹ ਲੋੜ ਪਵੇ ਤੇ ਅਸੀਂ ਉਹਨੂੰ ਯੂਜ਼ ਕਰ ਸਕੀਏ ਫॉर ਦਾ ਇਨਵੈਸਟੀਗੇਸ਼ਨ ਪਰਪਸ ਤਾਂ ਕਿ ਜਿਹੜਾ ਇਲਾਕੇ ਦੇ ਵਿੱਚ ਜੇ ਕੋਈ ਮਾੜਾ ਬੰਦਾ ਆ ਕੇ ਰਹਿੰਦਾ ਹੈ ਤੇ ਉਹਨੂੰ ਅਸੀਂ ਉਹਨੂੰ ਟਰੈਕ ਡਾਊਨ ਕਰ ਸਕੀਏ। ਸੋ ਇਸ ਕੁਤਾਈ ਵਿੱਚ ਅਸੀਂ ਉਹ ਪਰਚਾ ਦਿੱਤਾ 188 ਦੇ ਵਿੱਚ। ਸੈਕਿੰਡ ਇਹ ਐਸਪੈਕਟ ਸੀਗਾ ਜਿਹੜੇ ਭੱਜ ਗਏ ਨੇ ਉਹ ਕਿੱਥੇ ਅਵੇਲੇਬਲ ਹੋ ਸਕਦੇ ਨੇ। ਸੋ ਇੱਕ ਸਾਡੇ ਉਹਦੇ ਵਿੱਚ ਇਨਵੈਸਟੀਗੇਸ਼ਨ 'ਚ ਇਹ ਗੱਲ ਆਈ ਜਦੋਂ ਮੈਂ ਮੌਕੇ ਤੇ ਵੀ ਗਿਆ, ਕੋਠੇ ਤੇ ਵੀ ਦੇਖਿਆ, ਤੁਸੀਂ ਸਾਰੇ ਲੋਕ ਵੀ ਉਸ ਵੇਲੇ ਮੌਜੂਦ ਸੀਗੇ, ਸਾਨੂੰ ਲੱਗਾ ਕਿ 12-14 ਫੁੱਟ ਦਾ ਦੇ ਵਿੱਚੋਂ ਡੈਫੀਨੇਟਲੀ ਕੋਈ ਨਾ ਕੋਈ ਇੰਜਰੀ ਵੀ ਹੋ ਸਕਦੀ ਹੈ। ਸੋ ਅਸੀਂ ਆਪਣੀਆਂ ਟੀਮਾਂ ਬਣਾਈਆਂ, ਆਫਿਸਰਸ ਨਾਲ ਡਿਪਿਊਟ ਕੀਤੇ, ਅਸੀਂ ਉਸ ਏਰੀਏ ਦਾ ਨੇੜੇ ਤੇੜੇ ਦਾ ਸਰਚ ਆਪਰੇਟ ਵੀ ਕੀਤਾ ਔਰ ਸਾਨੂੰ ਇਹ ਲੱਗਦਾ ਸੀਗਾ ਕਿ ਕਿਤੋਂ ਨਾ ਕਿਤੋਂ ਇਹਨਾਂ ਦੀ ਜਿਹੜੀ ਹੈ ਫਸਟ ਏਡ ਜ਼ਰੂਰ ਲਈ ਹੋਏਗੀ ਔਰ ਉਹ ਫਸਟ ਏਡ ਪੋਜੀਸ਼ਨ ਨੂੰ ਵੀ ਦੇਖਿਆ ਗਿਆ। ਐਂਡ ਆਫ ਦਾ ਡੇ ਕੀ ਹੈ ਕਿ ਉਹ ਸਾਰਾ ਦੇਖਦਿਆਂ ਦਿਖਾਉਂਦਿਆਂ ਸਾਨੂੰ ਇਹ ਪਤਾ ਲੱਗ ਗਿਆ ਕਿ ਇੱਥੋਂ ਇਹਨਾਂ ਨੇ ਕੁਝ ਫਸਟ ਏਡ ਵੀ ਲਈ ਹੈ ਔਰ ਉਸ ਤੋਂ ਬਾਅਦ ਅਲਟੀਮੇਟਲੀ ਇਹ ਇੱਥੋਂ ਕੋਈ 5-7 ਕਿਲੋਮੀਟਰ ਜਾਂ 10 ਕਿਲੋਮੀਟਰ ਦੂਰ ਜਿਹੜਾ ਸਰਾਂ ਨਾਂ ਦਾ ਪਿੰਡ ਜਿਹੜਾ ਅਜਨਾਲੇ ਦੇ ਵਿੱਚ ਅੰਮ੍ਰਿਤਸਰ ਰੂਰਲ ਦਾ ਹੈ, ਉੱਥੇ ਜਾ ਕੇ ਕਿਸੇ ਵਿਅਕਤੀ ਦੇ ਘਰ ਦੇ ਵਿੱਚ ਇਹਨਾਂ ਨੇ ਪਨਾਹ ਲਈ ਹੈ, ਜਿੱਥੇ ਵੀ ਫਿਰ ਇਹਨਾਂ ਨੂੰ ਆਪਣਾ ਉਹ ਫਸਟ ਏਡ ਵਗੈਰਾ ਦਿੱਤੀ ਜਾ ਰਹੀ ਸੀਗੀ। ਸੋ ਉਸ ਇਨਫੋਰਮੇਸ਼ਨ ਦੇ ਮੁਤਾਬਕ ਅਸੀਂ ਰਾਤ ਮੇਰੇ ਖਿਆਲ 10-11 ਵਜੇ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਜਿਹੜੇ 3 ਕ੍ਰਿਮੀਨਲ ਸੀਗੇ ਜਿਹੜੇ ਰਹਿੰਦੇ ਸੀਗੇ ਉਹਨਾਂ ਨੂੰ ਵੀ ਦਬੋਚ ਲਿਆ। ਉਹਨਾਂ ਦੀ ਸਰਚ ਦੇ ਵਿੱਚੋਂ ਵੀ ਤਕਰੀਬਨ ਕੁਝ ਲਾਈਵ ਜਿਹੜੇ ਕਾਰਟੇਜਸ ਸੀਗੇ ਉਹ ਵੀ ਮਿਲੇ ਨੇ ਕਿਉਂਕਿ ਵੈਪਨ ਤਾਂ ਉੱਥੇ ਜਦੋਂ ਭਜਾਉਂਦੇ ਆ ਸੁੱਟ ਸੱਟ ਗਏ ਸੀ ਜਿਹੜੇ ਅਸੀਂ ਰਿਕਵਰ ਕਰ ਲਏ ਸੀਗੇ, ਲੇਕਿਨ ਉਹਨਾਂ ਦੇ ਜਿਹੜੇ ਜੇਬਾਂ ਦੇ ਵਿੱਚ ਜਿਹੜੇ ਲਾਈਵ ਕਾਰਟੇਜਸ ਸੀਗੇ ਜਿਹੜੇ ਜ਼ਿੰਦਾ ਕਾਰਤੂਸ ਸੀਗੇ ਉਹ ਸਾਨੂੰ ਉਹ ਵੀ ਰਿਕਵਰ ਹੋ ਗਿਆ। ਸੋ ਉਹਨਾਂ 3 ਕ੍ਰਿਮੀਨਲਸ ਦੀ ਉਹ ਗੈਂਗਸਟਰਸ ਨੂੰ ਵੀ ਅਸੀਂ ਅਰੈਸਟ ਕਰ ਲਿਆ, 5 ਨੂੰ ਅਸੀਂ ਰਿਮਾਂਡ ਦੇ ਉੱਤੇ ਲੈ ਰਹੇ ਹਾਂ ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਫਿਰ ਜਿਹੜਾ ਉਹ ਘਰ ਦਾ ਸੀਗਾ ਜਿਹਦੇ ਉਹ ਘਰ ਪਹੁੰਚਣ ਲਈ ਇਹਨਾਂ ਨੇ ਉੱਥੇ ਜਦੋਂ ਇਹਨਾਂ ਦੇ ਇੰਜਰੀ ਹੋ ਗਈ ਉੱਥੇ ਕਿਉਂਕਿ ਕੰਜੈਸਟਡ ਏਰੀਆ ਸੀ ਕਿਤੇ ਲੁਕ ਛਿਪ ਕੇ ਰਹੇ ਔਰ ਉੱਥੋਂ ਫਿਰ ਇਹਨਾਂ ਨੂੰ ਕਿਸੇ ਇਹਨਾਂ ਦੇ ਵਾਕਫ ਨੇ ਹੀ ਟਰਾਂਸਪੋਰਟ ਕੀਤਾ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਕੋਈ ਵੀ ਇਹ ਬੜਾ ਕਲੀਅਰ ਹੈ
ਕਿ ਕ੍ਰਾਈਮ ਦੀ ਐਕਟੀਵਿਟੀ ਦੇ ਵਿੱਚ ਜਿਹੜਾ ਵੀ ਕੋਈ ਸ਼ਮੂਲੀਅਤ ਹੋਏਗਾ, ਚਾਹੇ ਉਹ ਲੌਜਿਸਟਿਕਸ ਦੇਵੇ, ਚਾਹੇ ਉਹ ਪਨਾਹ ਦੇਵੇ, ਚਾਹੇ ਉਹਦੀ ਕੋਈ ਵੀ ਇਹੋ ਜਿਹੀ ਐਕਟੀਵਿਟੀ ਹੈ, ਵੈਪਨ ਦੇਵੇ, ਗੱਡੀ ਦੇਵੇ, ਉਹ ਵੀ ਉਨਾ ਹੀ ਮੁਲਜ਼ਮ ਹੁੰਦਾ। ਸੋ ਜਿਸ ਨੇ ਉਹਨਾਂ ਨੂੰ ਉੱਥੋਂ ਟਰਾਂਸਪੋਰਟ ਕੀਤਾ, ਉਸ ਪੁਆਇੰਟ ਤੋਂ ਲੈ ਕੇ ਫਿਰ ਅੱਗੇ ਠਾਹਰ ਦਿੱਤੀ ਹੈ, ਅਸੀਂ ਉਹ ਵੀ ਆਇਡੈਂਟੀਫਾਈ ਕਰ ਲਿਆ ਔਰ ਉਹਨੂੰ ਵੀ ਨੋਮੀਨੇਟ ਕਰ ਲਿਆ ਔਰ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਲਈ ਹੈ। ਔਰ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀਗੀ, ਉਹਨਾਂ ਦੇ ਖਿਲਾਫ ਵੀ ਪਨਾਹ ਦਾ ਪਰਚਾ ਜਿਹੜਾ 212 216 ਦਾ ਉਹ ਵੀ ਰਜਿਸਟਰ ਕਰ ਲਿਆ ਔਰ ਉਹ ਉਸ ਏਰੀਏ ਦੇ ਵਿੱਚ ਹੀ ਹੁੰਦਾ, ਉਹ ਵੀ ਇਨਵੈਸਟੀਗੇਟ ਹੋਏਗਾ। ਸੋ ਪੂਰੇ ਜਿਹੜਾ ਇਹ ਜਿਹੜਾ ਆਪਰੇਸ਼ਨ ਹੈਗਾ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜੇ ਬੰਦੇ ਇਨਵੋਲਵ ਹੋਏ ਨੇ ਉਹ ਵੀ ਆ। ਹੁਣ ਇਹਨਾਂ ਦੀ ਪੁੱਛਗਿੱਛ ਚੱਲੇਗੀ ਰਿਮਾਂਡ ਦੇ ਦੌਰਾਨ। ਉਹਦੇ ਪਿੱਛੇ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ ਜਾਂ ਜੋ ਵਾਰਦਾਤ ਕਰਨੀਆਂ ਸੀਗੀਆਂ ਜਾਂ ਜਿਹੜੇ ਇਹਨਾਂ ਨੇ ਵੈਪਨਸ ਲਏ ਆ, ਉਹ ਸਾਰੇ ਚੀਜ਼ਾਂ ਜਿਹੜੀਆਂ ਤਰਤੀਬਵਾਰ ਉਹਦੀ ਇਨਵੈਸਟੀਗੇਸ਼ਨ ਹੋਏਗੀ। ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਸਾਰੇ ਆਪਰੇਸ਼ਨ ਨੂੰ ਬਹੁਤ ਵਧੀਆ ਸੁਚੱਜੇ ਢੰਗ ਨਾਲ ਕੀਤਾ ਗਿਆ। ਮੈਂ ਇਸ ਸਾਡੇ ਜਿਹੜੇ DCP ਸਾਹਿਬ ਬੈਠੇ ਨੇ, ਮੁਖਵਿੰਦਰ ਸਾਹਿਬ ਬੈਠੇ ਨੇ, ADCP ਬੈਠੇ ਨੇ ਔਰ ਸਾਡੇ DSP ਸਾਹਿਬ ਨੇ, ਇਹਨਾਂ ਨੇ ਆਪਣੀ ਬੜੀ ਚੰਗੀ ਦਿਸ਼ਾ ਨਿਰਦੇਸ਼ ਦੇ ਕੇ ਆਪ ਹੋ ਕੇ ਅਸੀਂ ਉਹਨੂੰ ਸਾਰਾ ਆਪਰੇਸ਼ਨ ਚਲਾਇਆ। ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ, ਸ਼ਾਬਾਸ਼ੀ ਦੇਣਾ। ਔਰ ਇਹ ਸਾਰੇ ਆਪਰੇਸ਼ਨ ਦੇ ਵਿੱਚ SHO ਛੇਹਰਟਾ, ਚੌਕੀ ਇੰਚਾਰਜ ਛੇਹਰਟਾ, ਐਡੀਸ਼ਨਲ SHO ਛੇਹਰਟਾ ਔਰ ਇਹਦੇ ਨਾਲ 52 ਟੋਟਲ ਜਿਹੜੇ ਸਾਡੇ ਅਲੱਗ-ਅਲੱਗ ਟੀਮਾਂ ਜਿਹੜੀਆਂ ਬਣੀਆਂ ਨੇ, ਉਹ ਉਹਨਾਂ ਨੂੰ ਵੀ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ, ਉਹਨਾਂ ਦਾ ਹੌਸਲਾ ਅਫਜ਼ਾਈ ਦਿੰਦੇ ਹਾਂ। ਅੱਜ ਇਹਨਾਂ ਨੂੰ ਤੁਹਾਡੇ ਸਾਹਮਣੇ ਅਸੀਂ ਇਹਨਾਂ ਦੇ ਜਿਹੜੇ ਹੈ ਕਲਾਸ 1 CC ਸਰਟੀਫਿਕੇਟਸ ਦਿੱਤੇ ਨੇ ਔਰ ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਵੀ ਇਹਨਾਂ ਦੇ ਜਿਹੜਾ ਉਹ ਐਪਰੀਸੀਏਸ਼ਨ ਕਰਦੇ ਔਰ ਇਹੀ ਜਿਹੜਾ ਜਜ਼ਬਾ ਔਰ ਇਹੀ ਜਿਹੜੀ ਹੈ ਆਪਣੀ ਜਿਹੜੀ ਹੈ ਉਹਦੇ ਨਾਲ ਇਹ ਫਰਦਰ ਵੀ ਵਰਕ ਕਰਨਗੇ ਤਾਂ ਕਿ ਜਿਹੜਾ ਇਲਾਕੇ ਦਾ ਜਿਹੜਾ ਅਮਨ ਸ਼ਾਂਤੀ ਹੈ ਉਹ ਬਰਕਰਾਰ ਰਹੇ। ਇਹ ਸਰ ਸਰਾ ਪਿੰਡ ਜਿਹੜਾ ਦੱਸਿਆ ਤੁਸੀਂ ਗੱਡੀ ਵਾਲੇ ਸਰਾ ਜਿਹੜਾ ਨਾਲੇ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਸਬੂਤ ਮਿਲਿਆ ਕਿ ਇਹ ਹੈਰੋਇਨ ਦੇ ਕਾਰੋਬਾਰ ਨਾਲ ਜੁੜੇ ਹੋਣ ਜਾਂ ਜਿਹੜਾ ਚੀਤਾ ਗਰੁੱਪ ਸੀ 532 ਕਿਲੋ ਹੈਰੋਇਨ ਵਾਲਾ, ਉਹਨਾਂ ਨਾਲ ਫਿਰ ਰਾਈਵਲਰੀ ਇਹਨਾਂ ਦੀ ਚੱਲਦੀ? ਜਿਹੜਾ ਹੁਣ ਤੱਕ ਇਹਨਾਂ ਦਾ ਜਿਹੜਾ ਸਾਨੂੰ ਲੱਗਿਆ ਪ੍ਰੀਲਿਮਿਨਰੀ, ਕਿਉਂਕਿ ਕੱਲ੍ਹ ਹੀ ਕੀਤਾ ਔਰ ਆਪਰੇਸ਼ਨ ਚੱਲਦਾ ਸੀਗਾ, ਜਿਵੇਂ ਰਵੀ ਵਿਅਕਤੀ ਹੈਗਾ ਇਹਦੇ ਖਿਲਾਫ 7 ਮੁਕੱਦਮਿਆਂ ਦੇ ਵਿੱਚ ਨੋਮੀਨੇਟ ਹੋਇਆ ਹੈ ਔਰ ਇਸ ਤੋਂ ਇਲਾਵਾ ਇਹ ਜਿਹੜੇ ਆਪਾਂ ਦੇਖਿਆ ਕ੍ਰਿਮੀਨਲ ਇਹਨਾਂ ਦੇ ਖਿਲਾਫ 15-16 ਮੁਕੱਦਮੇ ਹੋਰ ਵੀ ਨੇ। ਉਹਨਾਂ ਵਿੱਚ ਵਾਇਲੈਂਟ ਕ੍ਰਾਈਮ ਨੰਬਰ 1, ਨੰਬਰ 2 ਦੇ ਜਿਵੇਂ ਖੋਹ ਖਾਹ ਦੇ ਰਿਐਲਟੋ ਤੁਹਾਡੇ ਇੱਥੇ ਕੁਝ ਮਹੀਨੇ ਪਹਿਲਾਂ ਜਾਂ ਤੁਹਾਡੇ ਕੋਈ ਜਿਊਲਰਸ ਦੇ ਕੋਲੋਂ ਇਹਨਾਂ ਨੇ ਗਨ ਪੁਆਇੰਟ ਦੇ ਉੱਤੇ ਉਹਨੂੰ ਲੁੱਟਿਆ ਸੀਗਾ, ਉਹ ਇਹਨਾਂ ਰਿਕੋ ਬ੍ਰਿਜ ਜਿਹੜਾ ਕੋਈ ਇਹਨਾਂ ਨੇ ਟਾਂਡੇ ਏਰੀਏ ਦੇ ਵਿੱਚ ਕੋਈ ਕਾਰ ਖੋਈ ਸੀਗੀ। ਪਲੱਸ ਆਫਕੋਰਸ ਹੀਰੋਇਨ ਦੀ ਜਿਹੜੇ ਹੈ ਉਹ ਉਸ ਟ੍ਰੇਡ ਦੇ ਵਿੱਚ ਵੀ ਨੇ। ਸੋ ਇਹ ਸਾਰੀਆਂ ਚੀਜ਼ਾਂ ਪ੍ਰੀਲਿਮਿਨਰੀ ਵੇ ਦੇ ਵਿੱਚ ਗਈਆਂ, ਲੇਕਿਨ ਇਹਨੂੰ ਡਿਟੇਲ ਦੇ ਵਿੱਚ ਜਿਹੜੀਆਂ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ। ਸਰ ਇਹਨਾਂ ਦੇ ਕੁਝ ਗੈਂਗ ਦੇ ਨਾਲ ਹੋਰ ਵੀ ਕੁਝ ਹੋ ਜਾਂ ਇਹਨਾਂ ਦਾ ਕਿਸੇ ਨਾਲ ਕੋਈ ਗੈਂਗਸਟਰਸ ਨਾਲ ਕੋਈ ਰਿਲੇਸ਼ਨ ਸਾਹਮਣੇ ਆਇਆ ਜੀ? ਦੇਖੋ ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਗੈਂਗ ਦਾ ਇਹ ਸਿਸਟਮ ਬਣਦਾ ਹੈ, ਅੱਗੇ ਦੇ ਅੱਗੇ ਨਾਲ ਦੇ ਨਾਲ ਜੁੜਦੇ ਰਹਿੰਦੇ ਨੇ। ਪ੍ਰਾਇਮਰਲੀ ਇਹ ਬੰਦੇ ਨੇ, ਕੁਝ ਹੋਰ ਵੀ ਬੰਦੇ ਹੋਣਗੇ ਕਿਉਂਕਿ ਇਹਨਾਂ ਦਾ ਏਰੀਆ ਜਿਹੜਾ ਸੀਗਾ ਰਹਿਣ ਵਾਲੇ ਛੇਹਰਟਾ ਹੋ ਗਿਆ, ਤਰਨਤਾਰਨ ਹੋ ਗਿਆ, ਅੰਮ੍ਰਿਤਸਰ ਰੂਰਲ ਦਾ ਜਿਹੜਾ ਏਰੀਆ ਹੋ ਗਿਆ। ਸੋ ਇਹਨਾਂ ਦੇ ਨਾਲ ਜਿਹੜੇ ਹੋਰ ਵੀ ਜਿਹੜੇ ਕਨੈਕਟਡ ਹੋਣਗੇ ਉਹ ਵੀ ਸਾਰੇ ਦੇ ਸਾਰੇ ਅਸੀਂ ਇਹਨੂੰ ਸੰਕੇਤ ਮਿਲੇ ਕ੍ਰਾਸ ਬਾਰਡਰ ਜਿੱਦਾਂ ਹੈਰੋਇਨ ਦੇ ਕਾਰੋਬਾਰ ਨਾਲ ਜੁੜੇ ਕੋਈ ਇਸ ਤਰ੍ਹਾਂ ਦੀ ਹਥਿਆਰ ਜੇ ਮੰਗਾਏ ਹੋਣ? ਦੇਖੋ ਇਹ ਜਿਹੜੇ ਹਥਿਆਰ ਹੁੰਦੇ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਕਲੌਕ ਜਿਹੜਾ ਇਹ ਚੰਗੇ ਵੈਪਨ ਆਉਂਦੇ ਆ ਔਰ ਇਹਦਾ ਬੜਾ ਕਾਰਗਰ ਵੈਪਨ ਸੀਗਾ ਔਰ ਵਰਕਿੰਗ ਕੰਡੀਸ਼ਨ ਦੇ ਵਿੱਚ ਸੀਗਾ। ਉਹਦੇ ਲਾਈਵ ਕਾਰਟੇਜਸ ਵੀ ਮਿਲੇ ਹੈ, 32 ਬੋਰ ਦੇ ਮਿਲੇ ਆ, 30 ਬੋਰ ਦੇ ਮਿਲੇ ਆ, 9mm ਦਾ। ਬਟ ਅਲਟੀਮੇਟਲੀ ਇਹਦੇ 'ਤੇ ਇਨਵੈਸਟੀਗੇਸ਼ਨ ਹੋਏਗੀ ਕਿ ਇਹ ਜਿਹੜਾ ਵੈਪਨ ਹੈ ਕਿੱਥੋਂ ਆਇਆ, ਕਿਉਂਕਿ ਇਹਦੀ ਵੀ ਇੱਕ ਚੇਨ ਹੁੰਦੀ ਹੈ। ਕੋਈ ਬੰਦਾ ਬਾਹਰੋਂ ਲਿਆਉਂਦੇ ਨੇ, ਕੌਣ ਲੈ ਕੇ ਆਇਆ, ਕਿੱਥੋਂ ਆਏ ਨੇ, ਕਿਵੇਂ ਹੋਇਆ। ਸੋ ਕਿਉਂਕਿ ਹੁਣ ਆਪਾਂ ਇਹਨਾਂ ਦਾ ਰਿਮਾਂਡ ਵਗੈਰਾ ਲੈ ਕੇ ਇਹਦੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਬੈਕਵਰਡ ਅਤੇ ਫਾਰਵਰਡ ਹੋਰ ਇਹਨਾਂ ਨੇ ਕੀ ਕ੍ਰਾਈਮ ਕੀਤਾ, ਕੀ ਕਰਨ ਜਾਣਾ ਸੀਗਾ, ਕੀ ਮਨਸੂਬੇ ਸੀ ਔਰ ਇਸ ਤੋਂ ਇਲਾਵਾ ਹੈਰੋਇਨ ਦੇ ਨਾਲ ਕੌਣ ਕਨੈਕਟਡ ਨੇ, ਕ੍ਰਾਈਮ ਦੇ ਵਿੱਚ ਕੌਣ ਕਨੈਕਟਡ ਨੇ, ਇਹ ਵੈਪਨਸ ਵਗੈਰਾ ਕਿੱਥੋਂ ਆਏ ਨੇ, ਗੱਡੀ ਕਿੱਥੋਂ ਆਈ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ 'ਚ ਆਉਣਗੀਆਂ।